ਗੁਰਮੁਖ ਪਿਆਰੇ ਗਿਆਨੀ ਜੁਗਰਾਜ ਸਿੰਘ ਜੀ ਪਾਠ ਦੀ ਆਰੰਭਤਾ ਕਰ ਰਹੇ ਨੇ। ਸ੍ਰੀ ਜਪਜੀ ਸਾਹਿਬ ਜੋ ਆਰੰਭਲੀ ਬਾਣੀ ਹੈ, ਭਾਵੇਂ ਕਿ ਆਪਾਂ ਪਹਿਲਾਂ ਵੀ ਇਹ ਪੜ੍ਹ ਚੁੱਕੇ ਹਾਂ, ਸੁਣ ਚੁੱਕੇ ਹਾਂ। ਇਹਦੀ ਉਥਾਨਕਾ ਵੀ ਪਹਿਲਾਂ ਬੇਨਤੀ ਕੀਤੀ ਸੀ ਕਿ ਸੁਮੇਰ ਪਰਬਤ ਤੇ ਸਿੱਧਾਂ ਨੂੰ ਪਰਮਾਤਮਾ ਦੇ ਮਿਲਾਪ ਦੀ ਸਿੱਖਿਆ ਦਿੰਦਿਆਂ ਹੋਇਆਂ, ਆਤਮਿਕ ਗਿਆਨ ਦੀ ਸਿੱਖਿਆ ਦਿੰਦਿਆਂ ਸਤਿਗੁਰੂ ਜੀ ਨੇ ਇਹ ਬਾਣੀ ਦੀਆਂ ਪੌੜੀਆਂ ਉਚਾਰਨ ਕੀਤੀਆਂ। ਔਰ ਇਹਨਾਂ ਦੀ ਜਿਹੜੀ ਪੌੜੀਆਂ ਦੀ ਤਰਤੀਬ ਹੈ, ਇਹ ਕਰਤਾਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਗੁਰੂ ਕੀ ਆਗਿਆ ਨਾਲ ਸਤਿਗੁਰੂ ਅੰਗਦ ਦੇਵ ਜੀ ਨੇ ਕਾਇਮ ਕੀਤੀ। ਇਹ ਆਦਿ ਰੂਪ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬਾਣੀ ਦੀ ਵਿਆਖਿਆਈ ਜੇ ਸਾਰੀ ਬਾਣੀ ਨੂੰ ਆਪਾਂ ਕਹਿ ਲਈਏ ਤਾਂ ਕੋਈ ਅਤ ਕਥਨੀ ਨਹੀਂ। ਸੋ ਜ਼ਿਆਦਾ ਸਮਾਂ ਨਾ ਲਗਾਈਏ। ਜਪਜੀ ਸਾਹਿਬ ਜੀ ਦਾ ਪਾਠ ਆਰੰਭ ਹੋ ਰਿਹਾ ਹੈ। ਸਿੱਖ ਸੰਗਤਾਂ ਪ੍ਰੇਮ ਸਤਿਕਾਰ ਦੇ ਸਹਿਤ ਗੁਟਕਾ ਸਾਹਿਬ ਵੱਲ ਆਪਣੀ ਨਿਗਾਹ ਰੱਖਦਿਆਂ ਹੋਇਆਂ ਪ੍ਰੇਮ ਸਹਿਤ ਬਾਣੀ ਸਰਵਣ ਕਰੋ। ਔਰ ਜਿਵੇਂ ਜਿਵੇਂ ਵਿਸਰਾਮ ਲਗਾਏ ਜਾਂਦੇ ਨੇ, ਜਿਵੇਂ ਜਿਵੇਂ ਉਚਾਰਨ ਹੋ ਰਹੇ ਨੇ, ਧਿਆਨ ਪੂਰਵਕ ਸਰਵਣ ਕਰਨੇ, ਚੇਤੇ ਰੱਖਣੇ, ਚਿੱਤ ਵਿੱਚ ਵਸਾਉਣੇ। ਬਾਣੀ ਆਰੰਭ ਹੋ ਰਹੀ ਹੈ। ਸੰਗਤਾਂ ਪ੍ਰੇਮ ਸਤਿਕਾਰ ਸਹਿਤ ਸਰਵਣ ਕਰੋ ਜੀ। ਜਥੇਦਾਰ ਸੁਖਦੇਵ ਸਿੰਘ ਜੀ, ਬੇਨਤੀ ਹੈ ਕਿ ਉਹ ਬਾਹਰਲੇ ਸਪੀਕਰ ਦਾ ਕੁਝ ਪ੍ਰਬੰਧ ਕਰੋ। ਜੋ ਕਵਿਸ਼ਨਾਂ ਵਾਲਾ ਸਪੀਕਰ ਬਾਹਰ ਲੱਗਾ ਹੈ, ਉਹਨਾਂ ਨੂੰ ਬੇਨਤੀ ਕਰੋ ਕਿ ਥੋੜ੍ਹਾ ਜਿਹਾ ਉਹ ਆਵਾਜ਼ ਨੂੰ ਸੰਕੋਚਣ, ਜਾਂ ਇੱਧਰ ਵਾਲਾ ਸਪੀਕਰ ਉਹ ਬੰਦ ਕਰ ਦਿੱਤਾ ਜਾਵੇ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇੱਕ ਓੰਕਾਰ, ਇਹ ਬੇਨਤੀ ਪਹਿਲਾਂ ਵੀ ਕੀਤੀ ਸੀ ਕਿ ਇੱਕ ਮਕਾਰ, ਏਕ ਓੰਕਾਰ, ਏਕੰਕਾਰ ਇੱਦਾਂ ਨਹੀਂ ਬੋਲਣਾ। ਇੱਕ ਪੂਰਾ ਬੋਲ ਕੇ ਓੰਕਾਰ, ਊੜੇ ਉੱਪਰ ਹੋੜੇ ਦੀ ਮਾਤਰਾ, ਐੜੇ ਉੱਪਰ ਟਿੱਪੀ, ਕੱਕੇ ਕੰਨਾਂ ਤੇ ਰਾਰਾ, ਓੰਕਾਰ ਇਉਂ ਉਚਾਰਨ ਕਰਨਾ ਹੈ। ਸਤਿਨਾਮ ਕਰਤਾ ਪੁਰਖ ਨਿਰਭਉ, ਨਿਰਭਉ ਨਹੀਂ ਬੋਲਣਾ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਜੱਜੇ ਨੂੰ ਦੁਲੈਂਕੜ ਹੈ, ਅਜੂਨੀ। ਇੱਕ ਲਾਮ ਬੋਲ ਕੇ ਅਧਿਕ ਲਾ ਕੇ ਅਜੂਨੀ ਨਹੀਂ ਬੋਲਣਾ, ਅਜੂਨੀ ਪਾਠ ਕਰਨਾ। ਸੈਭੰ, ਸੈਭੰ ਨਹੀਂ ਬੋਲਣਾ, ਤੇ ਸੈਭੰਗ ਗੱਗਾ ਨਹੀਂ ਪਿੱਛੇ ਬੋਲਣਾ। ਸੈਭੰ ਗੁਰ ਪ੍ਰਸਾਦ। ਤੇ ਜਦੋਂ ਆਪਾਂ ਨਿਤਨੇਮ ਸ਼ੁਰੂ ਕਰਦੇ ਹਾਂ ਕਿਸੇ ਵੀ ਬਾਣੀ ਦਾ, ਕਈ ਵਾਰ ਦੇਖੀਦਾ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਤੋਂ ਪਹਿਲਾਂ ਵੀ ਜਦੋਂ ਜਪਜੀ ਸਾਹਿਬ ਪਾਠੀ ਸ਼ੁਰੂ ਕਰਦਾ ਤੇ ਉਹ ਪਹਿਲਾਂ ਕਹਿੰਦੇ ਜਪਜੀ ਸਾਹਿਬ ਇੱਕ ਓੰਕਾਰ। ਜਿਹੜੀ ਬਾਣੀਆਂ ਉਹ ਇੱਕ ਓੰਕਾਰ ਤੋਂ ਸ਼ੁਰੂ ਹੋਣੀਆਂ, ਤੋਂ ਪਹਿਲਾਂ ਜਪਜੀ ਸਾਹਿਬ ਕਹਿਣ ਦੀ ਲੋੜ ਨਹੀਂ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ। ਆਮ ਆਪਾਂ ਦੇਖੀਦਾ ਘਰਾਂ ਵਿੱਚ ਵੀ ਜਦੋਂ ਕੋਈ ਨਿਤਨੇਮ ਕਰਦਾ ਤੇ ਉਹ ਆਪਾਂ ਸ਼ੁਰੂ ਕਰਦੇ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ, ਇਸ ਤਰ੍ਹਾਂ ਨਹੀਂ, ਸਿੱਧਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇੱਦਾਂ ਬਾਣੀ ਸ਼ੁਰੂ ਕਰਨੀ ਹੈ। ਇੱਕ ਓੰਕਾਰ ਤੋਂ ਹੀ ਬਾਣੀ ਆਰੰਭ ਕਰਨੀ ਹੈ। ਪਹਿਲਾਂ ਇਹ ਜਪਜੀ ਸਾਹਿਬ ਨਹੀਂ ਕਹਿਣਾ। ਹਾਂਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆ ਭਾਰ। ਤਿੰਨਾਂ ਪੰਕਤੀਆਂ ਦੇ ਵਿੱਚ ਪਹਿਲਾਂ ਸੋਚੈ ਤੇ ਜਮਕ ਲੱਗਣੀ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਬੰਨਾ ਪੋਲਾ ਨਹੀਂ ਬੋਲਣਾ, ਬੰਨਾ ਭਾਰਾ ਕਰਕੇ ਬੋਲਣਾ। ਬੰਨਾ ਪੁਰੀਆ ਭਾਰ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਇਹ ਹੋਏ ਨਹੀਂ ਬੋਲਣਾ ਈੜੀ ਦੇ ਨਾਲ। ਸਹਸ ਸਿਆਣਪਾ ਲੱਖ ਹੋਏ, ਤਾਂ ਇਹ ਤਾਂ ਨਹੀਂ ਬੋਲਣਾ।
ਤੱਤਾ ਮੁਕਤਾ ਤਾ, ਬਸ ਇੰਨੀ ਕੁ ਆਵਾਜ਼ ਰੱਖਣੀ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੇ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਆਕਾਰ, ਐੜੇ ਦਾ ਕੰਨਾ ਖਿਆਲ ਵਿੱਚ ਰੱਖਣਾ। ਹੁਕਮੀ ਹੋਵਨ ਆਕਾਰ। ਹੁਕਮੇ ਹੋਵਨ ਜੀਅ, ਹੁਕਮ ਮਿਲੈ ਵਡਿਆਈ। ਹੁਕਮ ਮਿਲੈ ਵਡਿਆਈ, ਇਦਾਂ ਕਰਕੇ ਨਹੀਂ ਬੋਲਣਾ। ਹੁਕਮ ਮਿਲੈ ਵਡਿਆਈ, ਇਉਂ ਬਾਣੀ ਪੜ੍ਹਨੀ। ਹੁਕਮੀ ਹੋਵਨ ਜੀਅ, ਹੁਕਮ ਮਿਲੈ ਵਡਿਆਈ, ਵੱਖਰਾ ਵੱਖਰਾ ਬੋਲਣਾ। ਹੁਕਮੀ ਉਤਮ ਨੀਚ, ਹੁਕਮ ਲੇਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾ ਹਉ ਮੈਂ ਕਹਿ ਨਾ ਕੋਏ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨਿਸ਼ਾਨ। ਇਹਨਾਂ ਪਹਿਲੀਆਂ ਦੋਵਾਂ ਪੰਕਤੀਆਂ ਦੇ ਵਿਸਰਾਮ ਇਵੇਂ ਲੱਗਣਗੇ ਜਿਵੇਂ ਆਪ ਜੀ ਨੇ ਸਰਵਣ ਕੀਤੇ ਨੇ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨਿਸ਼ਾਨ। ਅਗਲੀਆਂ ਪੰਕਤੀਆਂ 'ਚ ਵਿਸਰਾਮ ਹੁਣ ਕੋ ਤੇ ਆਉਣਗੇ। ਗਾਵੈ ਕੋ ਗੁਣ ਵਡਿਆਈ ਆਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ। ਗਾਵੈ ਕੋ ਜੀ ਲੈ ਫਿਰ ਦੇਹ। ਖੇਹ ਦੇਹ, ਇਹ ਖੇਹ ਦੇਹ ਇਦਾਂ ਕਰਕੇ ਸਿਹਾਰੀ ਲਾ ਕੇ ਨਹੀਂ ਬੋਲਣਾ। ਹਾਹਾ ਮੁਕਤਾ ਹ, ਖੇਹ ਦੇਹ, ਇਵੇਂ ਹੀ ਉਚਾਰਨ ਕਰਨਾ ਹੈ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਤੋਟ। ਕਥ ਕਥ ਕਥੀ ਕੋਟि ਕੋਟ ਕੋਟ। ਦੇਦਾ ਦੇ ਲੈਦੇ ਥੱਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੇ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਸਾਚਾ ਸਾਹਿਬ ਸਾਚ ਨਾਏ। ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ। ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਫੇਰ ਇੱਥੇ ਜਮਕ ਦੇ ਕੇ ਅੱਗੇ ਰੱਖੀਐ, ਕੇ ਦਾ ਭਾਵ ਹੈ ਕੀ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ। ਗੁਟਕੇ ਦੇ ਉੱਪਰ ਪੈਨ ਨਾ ਬਿਲਕੁਲ ਚਲਾਇਆ ਜਾਵੇ, ਇਹ ਖਿਆਲ ਰੱਖਣਾ। ਗੁਟਕੇ ਤੇ ਬਿਲਕੁਲ ਪੈਨ ਦੀ ਵਰਤੋਂ ਨਹੀਂ ਕਰਨੀ। ਜੋ ਤੁਸੀਂ ਲਿਖਣਾ ਆਪਣੀਆਂ ਕਾਪੀਆਂ ਤੇ ਲਿਖਣਾ ਹੈ। ਫੇਰ ਤੇ ਜਮਕ ਦੇ ਕੇ ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ। ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਨਿਰੰਜਨ, ਇਹ ਜੱਜਾ ਹੀ ਬੋਲਿਆ ਜਾਵੇ, ਨਿਰੰਜਨ ਨਹੀਂ ਕਹਿਣਾ। ਤੇ ਪਿਛਲਾ ਨੰਨਾ ਵੀ ਪੂਰਾ ਸਹੀ ਬੋਲਿਆ ਜਾਵੇ, ਨਿਰੰਜਨ। ਹਾਂਜੀ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਵ। ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ। ਬਰਮਾ ਗੁਰ ਪਾਰਬਤੀ ਮਾਈ। ਇਸ ਪੰਕਤੀ ਦਾ ਵਿਸਰਾਮ ਇਦਾਂ ਸਹੀ ਹੈ ਜਿਵੇਂ ਪਾਠ ਆਪ ਜੀ ਨੇ ਸੁਣਿਆ। ਇੱਕ ਵਿਚਾਰਧਾਰਾ ਐਸੀ ਆ ਜਿਹੜੇ ਬੋਲਦੇ ਨੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਪਰ ਇਦਾਂ ਇਹ ਵਿਸਰਾਮ ਸਹੀ ਨਹੀਂ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਇਵੇਂ ਉਚਾਰਨ ਕਰਨਾ ਹੈ। ਜੇ ਹਉ ਜਾਣਾ ਆਖਾ ਨਾਹੀ। ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ। ਗੁਰਾ ਇੱਕ ਦੇਹ 부ਝਾਈ, ਇਹ ਗੁਰਾ ਨਹੀਂ ਬੋਲਣਾ, ਬਿੰਦੀ ਲਾ ਕੇ ਪਾਠ ਨਹੀਂ ਕਰਨਾ।
ਗੁਰਾ ਸੰਬੋਧਨ ਵਾਚਕ ਹੈ ਕਿ ਹੇ ਸਤਿਗੁਰੂ ਜੀ ਮੈਨੂੰ ਇੱਕ ਸੋਝੀ ਕਰਾ ਦਿਓ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰਿ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜਸ ਕੀਰਤ ਜਗ ਲੇ, ਜਸ ਕੀਰਤ ਨਹੀਂ ਬੋਲਣਾ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਿੱਧ ਪੀਰ ਸੁਰਨਾਥ। ਸਰਵਣ ਕਰਨ ਦੇ ਮਹਾਤਮ ਦੀਆਂ 4 ਪੌੜੀਆਂ ਸਤਿਗੁਰਾਂ ਨੇ ਕਥਨ ਕੀਤੀਆਂ। ਇਹ ਸੁਣੀਐ ਨਹੀਂ ਬੋਲਣਾ ਤੇ ਸੁਣ ਐ ਇਦਾਂ ਵੱਖਰਾ ਵੱਖਰਾ ਕਰਕੇ ਵੀ ਨਹੀਂ ਬੋਲਣਾ। ਨਾਣੇ ਨੂੰ ਸਿਹਾਰੀ ਲੱਗੀ ਐ ਸੁਣਿਆ, ਤੇ ਐੜੇ ਦੇ ਦਲਾਵਾਂ ਦੇ ਨਾਲ ਬਿੰਦੀ ਵੀ ਨਹੀਂ ਲਗਾਉਣੀ, ਬਿੰਦੀ ਤੋਂ ਬਿਨਾਂ ਬੋਲਣਾ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਧਰਤ ਧਵਲ ਆਕਾਸ਼। ਸੁਣਿਆ ਦੀਪ ਲੋ ਪਾਤਾਲ। ਸੁਣਿਆ ਪੋਹਿ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਸਾਰੇ ਵਿਸਰਾਮ ਸੁਣਿਆ ਤੇ ਲੱਗ ਰਹੇ ਨੇ। ਨਾਨਕ ਭਗਤਾ ਸਦਾ ਵਿਗਾਸ, ਇਹ ਨਾਨਕ ਤੇ ਵਿਸਰਾਮ ਰੱਖਣਾ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸਰ ਬ੍ਰਹਮਾ ਇੰਦ। ਸੁਣਿਆ ਮੁਖ ਸਾਲਾਹਣ ਮੰਦ। ਸੁਣਿਆ ਜੋਗ ਜੁਗਤ ਤਨ ਭੇਦ। ਸੁਣਿਆ ਸਾਸਤ ਸਿਮਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ। ਸੁਣਿਆ 860 ਕਾ ਇਸਨਾਨ। ਸੁਣਿਆ ਪੜ ਪੜ ਪਾਵਹਿ ਮਾਨ। ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹ। ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵਹਿ ਰਾਹ। ਸੁਣਿਆ ਹਾਥ ਹੋਵੈ ਅਸਗਾਹ। 4 ਪੰਕਤੀਆਂ ਦੇ ਅਖੀਰਲਾ ਅੱਖਰ ਹਾਹਾ ਹੈ। ਪਹਿਲੀਆਂ 2 ਪੰਕਤੀਆਂ ਹਾਹਾ ਮੁਕਤਾ, ਫਿਰ ਅਗਲੀਆਂ 2 ਪੰਕਤੀਆਂ ਹਾਹੇ ਔਂਕੜ। ਸੁਣਿਆ ਸਰਾ ਗੁਣਾ ਕੇ ਗਾਹ। ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵਹਿ ਰਾਹ। ਸੁਣਿਆ ਹਾਥ ਹੋਵੈ ਅਸਗਾਹੋ। ਇਹ ਹੋੜਾ ਬਣਾ ਕੇ ਰਾਹੋ ਅਸਗਾਹੋ ਨਹੀਂ ਬੋਲਣਾ, ਤੇ ਸਿੱਧਾ ਰਾਹ ਅਸਗਾਹ ਇੱਦਾਂ ਵੀ ਨਹੀਂ ਬੋਲਣਾ। ਰਾਹੋ ਅਸਗਾਹੋ ਇਉਂ ਥੋੜ੍ਹੀ ਥੋੜ੍ਹੀ ਔਂਕੜ ਦੀ ਮਾਤਰਾ ਬੋਲਣੀ ਹੈ। ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਾਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛੁਤਾਏ। ਕਾਗਦ ਕਲਮ ਨਾ ਲਿਖਣ ਹਾਰ। ਮੰਨੇ ਕਾ ਬਹਿ ਕਰਨ ਵਿਚਾਰ। ਕਾ ਤੇ ਵਿਸਰਾਮ ਦੇ ਕੇ ਪਾਠ ਕਰਨਾ ਹੈ। ਮੰਨੇ ਕਾ ਬਹਿ ਇੱਦਾਂ ਨਹੀਂ ਬੋਲਣਾ। ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ। ਜੇ ਕੋ ਤੇ ਜਮਕ ਦੇ ਕੇ ਮਨ ਜਾਣੈ ਤੇ ਵਿਸਰਾਮ। ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ। ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ। ਮੰਨੈ ਜਾਮ ਕੈ ਸਾਥ ਨਾ ਜਾਏ। ਨੰਨੇ ਦੇ ਕੰਨੇ ਦਾ ਖਿਆਲ ਰੱਖਣਾ, ਕਿੱਥੇ ਲੱਗਾ ਕਿੱਥੇ ਨਹੀਂ ਲੱਗਾ।
ਜਪਜੀ ਸਾਹਿਬ ਵਿੱਚ ਵੱਖ-ਵੱਖ ਥਾਵਾਂ ਤੇ 6 ਵਾਰ ਨੰਨੇ ਨੂੰ ਕੰਨਾ ਆਵੇਗਾ, ਬਾਕੀ ਸਾਰੇ ਨੰਨੇ ਮੁਕਤ ਹੀ ਆਉਣਗੇ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਤਰੈ ਤਾਰੇ, ਤਰੈ ਰਾਰੇ ਦੀਆਂ ਦੁਲਾਵਾਂ, ਤਾਰੇ ਇੱਕ ਲਾਮ। ਮੰਨੈ ਤਰੈ ਤਾਰੇ ਗੁਰ ਸਿੱਖ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹ ਹੈ ਦਰ ਰਾਜਾਨ। ਦਰ ਰਾਜਾਨ ਵੱਖਰਾ ਵੱਖਰਾ ਨਿਖੇੜ ਕੇ ਬੋਲਣਾ। ਆਮ ਤੌਰ ਤੇ ਬੋਲਦੇ ਨੇ ਪੰਚੇ ਸੋਹ ਹੈ ਦਰ ਰਾਜਾਨ, ਇਉਂ ਦਰ ਰਾਜਾਨ ਨਹੀਂ ਬੋਲਣਾ, ਦਰ ਰਾਜਾਨ। ਸੋਹ ਹੈ ਦੇ ਵੀ ਦੋਵੇਂ ਹਾਹਿਆਂ ਦਾ ਉਚਾਰਨ ਕਰਨਾ। ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ। ਕਰਤੇ ਕੈ ਕਰਨੈ ਨਾਹਿ ਸੁਮਾਰ, ਧੌਲ ਧਰਮ ਦਇਆ ਕਾ ਪੂਤ। ਸੰਤੋਖ ਥਾਪ ਰਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ। ਬੁੱਝੈ ਕੱਸ ਕੇ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲਿਹੁ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੇਤੀ ਦਾਤ ਜਾਣੈ ਕੌਣ ਕੂਤ। ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲੇਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ, ਨਾਨਕ ਨੀਚ ਕਹੈ ਵਿਚਾਰ। ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ।
ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ। ਅਸੰਖ ਕਹਿ ਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਖਾਣ। ਅੱਖਰਾ ਸਿਰ ਸੰਜੋਗ ਵਖਾਣ। ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹਿ। ਜਿਵ ਫੁਰਮਾਏ ਤਿਵ ਤਿਵ ਪਾਹਿ। ਜੇਤਾ ਕੀਤਾ ਤੇਤਾ ਨਾਉ। ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ। ਪਾਣੀ ਧੋਤੈ ਉੱਤਰ ਸੋ ਖੇਹ। ਉੱਤਰ ਵੱਖਰਾ ਤੇ ਸੋ ਵੱਖਰਾ ਹੀ ਬੋਲਣਾ। ਆਮ ਤੌਰ 'ਤੇ ਜੋ ਗੁਟਕੇ ਸਾਹਿਬ ਨੇ ਉਹਨਾਂ ਵਿੱਚ ਵੀ ਤੇ ਗੁਰੂ ਮਹਾਰਾਜ ਦੇ ਸਰੂਪਾਂ ਵਿੱਚ ਵੀ ਉੱਤਰ ਸਪਾਠ ਇਕੱਠਾ ਛਾਪ ਦਿੱਤਾ ਜਾਂਦਾ ਹੈ, ਪਰ ਉੱਤਰ ਵੱਖਰਾ ਹੈ ਸੋ ਵੱਖਰਾ ਹੈ। ਪਾਣੀ ਧੋਤਾ ਉੱਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ। ਦੇ ਸਾਬੂਣ ਲਈਐ ਉਹ ਧੋਏ। ਇਹ ਸ਼ਬਦ ਸਾਬੂਣ ਆਮ ਹੀ ਆਪਾਂ ਦੇਖੀਦਾ ਪਿੰਡਾਂ 'ਚ ਪਾਠੀ ਇੱਥੇ ਗਲਤ ਪਾਠ ਕਰਦੇ ਆ, ਜਾਂ ਜਿਹੜੇ ਵੀ ਆਮ ਗੁਰਦੁਆਰਿਆਂ 'ਚ ਨਿਤਨੇਮ ਵੀ ਕਰਦੇ ਆ, ਜਾਂ ਬੱਚੇ ਆ, ਜਾਂ ਕੋਈ ਸਿਆਣੇ ਵੀ ਕਰਦੇ ਗ੍ਰੰਥੀ ਸਿੰਘ, ਉਹ ਇਹਨੂੰ ਸਾਬੂਣ ਹੀ ਕਹਿ ਜਾਂਦੇ ਆ। ਦਾਨ ਆਪਾਂ ਧਿਆਨ ਨਾਲ ਪੜ੍ਹਨਾ, ਜਿਹੜੀ ਲਗਾ ਮਾਤਰਾ ਉਹ ਪੂਰੀ ਬੋਲਣੀ ਹੈ। ਪੂਰਾ ਹੈ ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ। ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹਿ। ਕਰ ਕਰ ਕਰਨਾ ਲਿਖ ਲੈ ਜਾਹੁ। ਆਪੇ ਬੀਜ ਆਪੇ ਹੀ ਖਾਹੁ। ਨਾਨਕ ਹੁਕਮੀ ਆਵਹੁ ਜਾਹੁ। ਤੀਰਥ ਤਪ ਦਇਆ ਦਤ ਦਾਨ। ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਵਿਣ ਗੁਣ ਕੀਤੇ ਭਗਤ ਨਾ ਹੋਏ। ਆਮ ਤੌਰ 'ਤੇ ਪੰਗਤੀ ਪੜ੍ਹੀ ਜਾਂਦੀ ਹੈ ਕਿ ਅੰਤਰਗਤ ਤੀਰਥ ਮਲ ਨਹਾਉ, ਪਰ ਜਿਵੇਂ ਵਿਸਰਾਮ ਗਿਆਨੀ ਜੀ ਨੇ ਲਗਾ ਕੇ ਪਾਠ ਕੀਤਾ ਅੰਤਰਗਤ ਤੀਰਥ ਮਲ ਨਹਾਉ, ਇਵੇਂ ਪਾਠ ਕਰਨਾ ਹੈ। ਸਵਸਤ ਆਥ ਬਾਣੀ ਬਰਮਾਉ। ਸਤ ਸੁਹਾਨ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ। ਕਵਣ ਥਿਤ ਕਵਣ ਵਾਰ। ਕਵਣ ਸੇ ਰੁਤੀ ਮਾਹੁ। ਕਵਣ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ। ਇਹ ਕੱਸ ਕੇ ਕਾਦੀਆ ਨਹੀਂ ਬੋਲਣਾ, ਤੇ ਕਾਦੀਆਂ ਜਾਂ ਬਿੰਦੀ ਲਾ ਕੇ ਵੀ ਨਹੀਂ ਬੋਲਣਾ। ਕਾਦੀਆ ਜੱਜੇ ਦੀ ਜਗ੍ਹਾ ਤੇ ਦੱਦਾ ਅੱਖਰ ਹੈ, ਇੱਥੇ ਭਾਵ ਕਾਜ਼ੀਆਂ ਦਾ ਹੈ। ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ। ਰੁੱਤ ਮਾਹੁ ਨਾ ਕੋਈ। ਦੋਵੇਂ ਵਾਰ ਨੰਨਾ ਕੰਨੇ ਦੇ ਸਹਿਤ ਹੈ। ਥਿਤ ਵਾਰ ਨਾ ਜੋਗੀ ਜਾਣੈ। ਰੁੱਤ ਮਾਹੁ ਨਾ ਕੋਈ। ਜਾ ਕਰਤਾ ਸਿਰ ਠੀਕਉ ਸਾਜੇ। ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ। ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ। ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ। ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਉ ਜਾਣੈ। ਅੱਗੇ ਗਿਆ ਨਾ ਸੋ ਹੈ। ਪਾਤਾਲਾ ਪਾਤਾਲ ਲਖ। ਆਗਾਸਾ ਆਗਾਸ। ਓੜਕ ਓੜਕ ਭਾਲ ਥਕੇ। ਵੇਦ ਕਹਿਨ ਇੱਕ ਬਾਤ। ਸਹਸ 18 ਹੈ ਕਹਿਨ ਕਤੇਬਾ। ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ। ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ। ਆਪੇ ਜਾਣੈ ਆਪ। ਸਾਲਾਹੀ ਸਾਲਾਹੇ
ਏਤੀ ਸੁਰਤ ਨਾ ਪਾਈਆ। ਸਾ ਲਾਹੇ ਇੱਥੇ ਵਿਸਰਾਮ ਦੇਣਾ ਹੈ। ਏਤੀ ਸੁਰਤ ਜਮਕ ਦੇ ਕੇ ਨਾ ਪਾਈਆ, ਏਤੀ ਸੁਰਤ ਨਾ ਪਾਈਆ। ਸਾ ਲਾਹੇ ਏਤੀ ਸੁਰਤ ਨਾ ਪਾਈਆ। ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ। ਸਮੁੰਦ ਤੇ ਜਮਕ ਆਉਣੀ ਹੈ, ਪਹਿਲਾਂ ਵਾਹ ਤੇ ਵਿਸਰਾਮ। ਨਦੀਆ ਅਤੈ ਵਾਹ, ਅਤੈ ਨਹੀਂ ਕਰਨਾ। ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਇਸ ਪੰਕਤੀ ਦਾ ਵਿਸਰਾਮ ਸੁਲਤਾਨ ਤੇ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਅੰਤ ਨਾ ਕਰਨੈ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ। ਸੁਣਨ ਦੋਵੇਂ ਵਾਰ ਨਾਣਾ ਅੱਖਰ ਹੈ, ਇਹਨੂੰ ਸੁਣਨ ਨਹੀਂ ਬੋਲਣਾ। ਅੰਤ ਨਾ ਵੇਖਣ ਸੁਣਨ ਨਾ ਅੰਤ। ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਜਾਪੈ ਕੀਤਾ ਆਕਾਰ। ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ। ਇਹੋ ਅੰਤ ਨਾ ਜਾਣੈ ਕੋਇ। ਪ੍ਰਮਾਤਮਾ ਦਾ ਅੰਤ ਇਹੋ ਹੀ ਹੈ ਕਿ ਉਸ ਦੇ ਅੰਤ ਨੂੰ ਕੋਈ ਜਾਣਦਾ ਹੀ ਨਹੀਂ। ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ। ਉੱਚੇ ਉੱਪਰ ਇੱਥੇ ਊੜੇ ਨੂੰ ਇੱਕ ਔਂਕੜ ਹੈ ਤੇ ਆਪਾਂ ਅਣਗਹਿਲੀ ਵਿੱਚ ਉੱਪਰ ਬੋਲ ਜਾਂਦੇ ਦੁਲੈਂਕੜ ਦੇ ਨਾਲ। ਉੱਚੇ ਉੱਪਰ ਉੱਚਾ ਨਾਉ। ਏ ਵੱਡ ਉੱਚਾ ਹੋਵੈ ਕੋਇ ਤਿਸ ਉੱਚੇ ਕਉ ਜਾਣੈ ਸੋਏ। ਜੇ ਵਡਿਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ। ਪਹਿਲੀ ਪੰਕਤੀ ਵਿੱਚ ਕੇਤੇ ਇੱਥੇ ਵਿਸਰਾਮ ਹੈ। ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਇੱਥੇ ਵਿਸਰਾਮ ਹੈ। ਕੇਤੇ ਮੂਰਖ ਖਾਹੀ ਖਾਹੇ। ਕੇਤਿਆ ਦੁਖ ਭੂਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ। ਹਾਂਜੀ, ਇਹ ਮੂਲ ਰੂਪ ਵਿੱਚ ਵਿਸਰਾਮ ਇਦਾਂ ਹੈ ਜਿਵੇਂ ਪਾਠ ਕੀਤਾ ਗਿਆ। ਇਹ ਭੇਦਾਤ ਤੇਰੀ ਦਾਤਾਰ। ਦੂਸਰਾ ਇਉਂ ਵੀ ਵਿਸਰਾਮ ਲੱਗਦਾ ਹੈ ਕਿ ਇਹ ਭੇ ਦਾਤ ਤੇਰੀ ਦਾਤਾਰ। ਭੇ ਤੇ ਵਿਸਰਾਮ ਲਗਾ ਕੇ ਤੇਰੀ ਤੇ ਜਮਕ। ਪਰ ਮੂਲ ਰੂਪ ਮੁੱਖ ਉਹੀ ਰੱਖਣਾ ਜਿਹੜਾ ਪਹਿਲਾਂ ਪਾਠ ਕੀਤਾ ਗਿਆ। ਇਹ ਭੇ ਦਾਤ ਤੇਰੀ ਦਾਤਾਰ। ਹਾਂ, ਇੱਥੇ ਭੀ ਨਹੀਂ ਬੋਲਣਾ, ਭੱਬੇ ਸਿਹਾਰੀ ਹੈ। ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਇ। ਜੇ ਕੋ ਖਾਇਕ ਆਖਣ ਪਾਏ ਉਹ ਹੋ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ। ਹਾਂਜੀ, ਇਹ ਸੇ ਤੇ ਵਿਸਰਾਮ ਲੱਗਦਾ ਹੈ। ਆਖਹਿ ਸੇ ਭੇ ਕੇਈ ਕੇ। ਇਹ ਸਭ ਨਹੀਂ ਕਈ ਇੱਥੇ ਸਭ ਹੀ ਬੋਲ ਜਾਂਦੇ ਨੇ, ਸਿਹਾਰੀਆਂ ਵੱਲ ਨਜ਼ਰ ਹੀ ਨਹੀਂ ਮਾਰਦੇ। ਤੇ ਕਈ ਆਖੈ ਸੇ ਭੇ ਕੇਈ ਕੇ ਇੱਦਾਂ ਬੋਲਦੇ ਨੇ। ਸੱਸੇ ਨੂੰ ਲਾਮ ਜਾਂ ਭੱਬੇ ਨੂੰ ਲਾਮ ਨਹੀਂ ਬੁਲਾਉਣੀ। ਆਖੈ ਸੇ ਭੇ ਕੇਈ ਕੇ। ਜਿਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ। ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰਹਿ ਵਖਿਆਨ।
ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੋਰ ਨਰ ਮਨ ਜਨ ਸੇਵ ਕੇਤੇ ਆਖਹਿ ਆਖਣ ਪਾਹਿ ਕੇਤੇ ਕਹਿ ਕਹਿ ਉਠ ਉਠ ਜਾਹਿ ਏਤੇ ਕੀਤੇ ਹੋਰ ਕਰੇਹਿ ਤਾ ਆਖ ਨਾ ਸਕਹਿ ਕੇਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਇੱਥੇ ਲਿਖੀਐ ਤੇ ਵਿਸਰਾਮ ਹੈ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੋਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ। ਰਾਜਾ ਧਰਮ ਨੂੰ ਇਕੱਠਾ ਰੱਖਣਾ, ਇੱਦਾਂ ਨਹੀਂ ਬੋਲਣਾ ਕਿ ਗਾਵੈ ਰਾਜਾ ਧਰਮ ਦੁਆਰੇ, ਇੱਦਾਂ ਨਹੀਂ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲੇਖ ਲਿਖ ਧਰਮ ਵਿਚਾਰੇ ਗਾਵਹਿ। ਇਹ ਵੱਵਾ ਤੇ ਬੱਬਾ ਇਹਨਾਂ ਅੱਖਰਾਂ ਦਾ ਖਿਆਲ ਰੱਖਣਾ, ਜਿਹੜੇ ਵਿਚਾਰੇ ਅੱਖਰ ਆ ਰਹੇ ਨੇ ਬੱਬਾ ਹੈ ਕਿ ਵੱਵਾ ਹੈ। ਦੂਸਰੀ ਗੱਲ ਦਾ ਖਿਆਲ ਰੱਖਣਾ ਕਿ ਸਿਹਾਰੀ ਹੈ ਕਿ ਬਿਹਾਰੀ ਹੈ, ਇਹ ਧਿਆਨਪੂਰਵਕ ਉਚਾਰਨ ਕਰਨਾ। ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ। ਇੰਦ ਇਦਾਸਨ, ਗਾਵਹਿ ਇੰਦ ਇਦਾਸਨ ਬੈਠੇ, ਇੱਥੇ ਆਪਣੇ ਕੋਲੋਂ ਬਿੰਦੀ ਟਿੱਪੀ ਨਹੀਂ ਲਗਾਉਣੀ। ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ। ਪਿਆਲੇ ਨਹੀਂ ਬੋਲਣਾ, ਪਿਆਲੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਇਹ ਨਾਲੇ ਪਾਠ ਹੈ, ਨਾਲੇ ਨਹੀਂ ਕਰਨਾ, 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਬਹੁਤ ਦੇਰ ਪਹਿਲਾਂ ਤਕਰੀਬਨ 70ਵੇਂ 80ਵੀਆਂ ਦੇ ਵਿੱਚ ਇੱਕ ਦਿੱਲੀ ਦੇ ਰਾਗੀ ਸਿੰਘ ਨੇ ਨਿਤਨੇਮ ਦੀ ਇੱਕ ਕਿਸ਼ਤ ਕੱਢੀ ਸੀ। ਉਦੋਂ ਤਵੇ ਹੁੰਦੇ ਸੀ, ਤਵੇ ਆਏ ਸੀ। ਉਹਦੇ ਵਿੱਚ ਉਹਨੇ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਦੀ ਰਿਕਾਰਡਿੰਗ ਕੀਤੀ ਸੀਗੀ। ਤੁਹਾਡਾ ਸਰਨਾਮੀਆਂ ਸੀ ਤਰਲੋਚਨ ਸਿੰਘ। ਹਾਂਜੀ, ਉਹ ਰਾਗੀ ਤਰਲੋਚਨ ਸਿੰਘ ਸੀ ਦਿੱਲੀ ਤੋਂ। ਉਹਨਾਂ ਨੇ ਜਿਹੜਾ ਉਹ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਆਵਾਜ਼ ਤਾਂ ਬਹੁਤ ਸੋਹਣੀ ਸੀ। ਆਮ ਸਾਰੇ ਗੁਰਦੁਆਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਆਮ ਘਰਾਂ ਦੇ ਵਿੱਚ ਉਹ ਕਿਸ਼ਤ ਵੱਜਦੀ ਹੁੰਦੀ ਸੀ ਸੁਬਾਹ ਸ਼ਾਮ। ਉਹਦੇ ਵਿੱਚ ਕਾਫੀ ਵਿਸਰਾਮ ਗਲਤ ਸੀਗੇ। ਉਹਨਾਂ ਵਿੱਚੋਂ ਇਹ ਬਹੁਤ ਵੱਡਾ ਵਿਸਰਾਮ ਜਿਹੜਾ ਹੁਣ ਇਹ ਜਿਹੜਾ ਗਿਆਨੀ ਜੀ ਨੇ ਪਾਠ ਕੀਤਾ, ਇਹ ਵਿਸਰਾਮ ਆਮ ਹੀ ਉਧਰ ਦੇਖ ਕੇ ਸਾਰਿਆਂ ਨੂੰ ਪੱਕ ਗਿਆ। ਉਹ ਸੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈਓ, ਰਲਗੱਡ ਜਿਹਾ ਕਰ ਦਿੱਤਾ। ਉਹ ਜਦੋਂ ਕਿਸੇ ਨੂੰ ਦੱਸਣਾ ਇਹ ਵਿਸਰਾਮ ਇੱਦਾਂ ਨਹੀਂ ਕਹਿਣਾ ਤੁਸੀਂ ਅੱਜ ਦੇ ਆ, ਅਸੀਂ ਬੜੇ ਚਿਰ ਦੇ ਸੁਣਦੇ ਆਉਨੇ, ਇਹ ਤਾਂ ਵਿਸਰਾਮ ਇੱਦਾਂ ਆ। ਇਸ ਕਰਕੇ ਕਈ ਵਾਰ ਜੋ ਆਪਾਂ ਸੁਣਦੇ ਹਾਂ ਟੀਵੀ ਵਿੱਚ ਪਾਠੀ ਸਿੰਘਾਂ ਪਾਸੋਂ ਜਾਂ ਪੁਰਾਣੀਆਂ ਜਿਹੜੀਆਂ ਸਾਡੀਆਂ ਰਿਕਾਰਡਿੰਗਸ ਹੈਗੀਆਂ, ਉਹਨਾਂ ਵਿੱਚ ਕਾਫੀ ਗਲਤੀਆਂ ਵੀ ਹੈਗੀਆਂ।
ਉਹ ਗਲਤੀਆਂ ਸੁਧਾਰਨ ਵਾਸਤੇ ਆਪਾਂ ਇਹ ਸਾਰਾ ਸਮਾਗਮ ਕਰ ਰਹੇ ਹਾਂ। ਇਸ ਕਰਕੇ ਇਹ ਜਿਹੜਾ ਵਿਸਰਾਮ ਆ ਆਮ ਤੌਰ 'ਤੇ ਸਾਰਿਆਂ ਨੂੰ ਗਲਤ ਪੱਕਿਆ ਹੋਇਆ। ਹਾਂਜੀ, ਇਹ ਗਿਆਨੀ ਜੀ ਇੱਕ ਵਾਰ ਫਿਰ ਪੜ੍ਹਨਗੇ ਇਹ ਵਿਸਰਾਮ ਕਿਵੇਂ ਲੱਗਣਾ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਰੰਗੀ ਰੰਗੀ ਭਾਤੀ, ਇੱਥੇ ਜਮਕ ਦੇ ਕੇ ਕਰ ਕਰ ਜਿਨਸੀ, ਇੱਥੇ ਵਿਸਰਾਮ ਹੈ। ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਇੱਥੇ ਵੀ ਵਿਸ਼ੇਸ਼ ਖਿਆਲ ਰੱਖਣਾ ਕਿ ਆਪਾਂ ਕੋਰਸ ਵਾਲਿਆਂ ਅੰਗਰ ਪਾਤਸ਼ਾਹੀ ਪਾਤਸ਼ਾਹੋ ਨਹੀਂ ਕਹਿਣਾ। ਜਿਹੜੇ ਕੋਰਸ ਵਾਲੇ ਆ ਉਹ ਸਾਰੇ ਕਰਾਉਂਦੇ ਵੀ ਕਹਿੰਦੇ ਵੀ ਆ ਤੇ ਪਾਤਸ਼ਾਹ ਕਹੋ, ਪਰ ਜਿਵੇਂ ਲਿਖਿਆ ਆਪਾਂ ਉਵੇਂ ਹੀ ਪੜ੍ਹਨਾ, ਪਾਤਸ਼ਾਹੀ ਪਾਤਸ਼ਾਹ। ਜੋ ਸੋਦਰ ਦਾ ਪਾਠ ਹੈ ਰਹਿਰਾਸ ਸਾਹਿਬ ਜੀ ਦਾ, ਉੱਥੋਂ ਦਾ ਤੇ ਇੱਥੋਂ ਦੇ ਪਾਠਾਂ ਦਾ ਜਿਹੜਾ ਫਰਕ ਹੈ ਉਹ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ, ਤੇ ਆਪ ਖੁਦ ਵੀ ਘਰਾਂ ਦੇ ਵਿੱਚ ਗੁਟਕਾ ਸਾਹਿਬ ਜੀ ਤੋਂ ਇਹ ਦੋਵੇਂ ਪਾਠਾਂ ਨੂੰ ਵੇਖ ਸਕਦੇ ਹੋ। ਤੇ ਖਾਸ ਤੌਰ ਤੇ ਆ ਅਖੀਰਲੀਆਂ ਪੰਕਤੀਆਂ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋਦਰ ਰਹਿ ਰਾਸ ਵਿੱਚ ਫਿਰ ਹੁਕਮ ਨਾ ਕਰਨਾ ਜਾਈ, ਇੱਥੇ ਫਿਰ ਅੱਖਰ ਨਹੀਂ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਇਹ ਜਪਜੀ ਸਾਹਿਬ ਜੀ ਦਾ ਪਾਠ ਹੈ। ਰਹਿਰਾਸ ਸਾਹਿਬ ਜੀ ਦਾ ਪਾਠ ਹੈ ਸੋ ਪਾਤ ਸਾਹੋ ਸਾਹਾ ਪਤ ਸਾਹਿਬ। ਸੋ ਹੋਰ ਵੀ ਫਰਕ ਨੇ, ਉਹ ਦਰਸ਼ਨ ਕਰ ਲੈਣੇ। ਇਹ ਦੋ ਜ਼ਰੂਰੀ ਤੌਰ 'ਤੇ ਬੇਨਤੀਆਂ ਕੀਤੀਆਂ ਨੇ, ਕਿਉਂਕਿ ਆਪਾਂ ਨੂੰ ਦੋਵੇਂ ਤਰ੍ਹਾਂ ਦੇ ਪਾਠ ਪੱਕੇ ਹੋਏ ਹੋਣ ਕਰਕੇ ਕਈ ਵਾਰ ਭੁਲੇਖਾ ਪੈ ਜਾਂਦਾ ਹੈ। ਜੋ ਸੋਦਰ ਰਹਿਰਾਸ ਸਾਹਿਬ ਵਿੱਚ ਪਾਠ ਕਰਨਾ, ਉਹ ਸਾਰੀਆਂ ਲਗਾ ਮਾਤਰਾ ਤੇ ਅੱਖਰ ਉਹੀ ਬੋਲਣੇ ਨੇ ਜੋ ਉੱਥੇ ਲਿਖੇ ਨੇ। ਜੋ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤਾਂ ਇੱਥੇ ਲਗਾ ਮਾਤਰਾ ਇਹੀ ਬੋਲਣੀਆਂ ਜੋ ਇੱਥੇ ਲਿਖੀਆਂ ਹੋਈਆਂ ਅੱਖਰ ਇਹੀ ਬੋਲਣੇ ਨੇ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇੱਥੇ ਵੀ ਕਈਆਂ ਨੇ ਵਿਸਰਾਮ ਬਦਲ ਕੇ ਲਾਉਣਾ ਆਰੰਭ ਕਰ ਦਿੱਤਾ ਹੈ। ਉਹ ਕਹਿੰਦੇ ਨੇ ਜੀ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਇਸ ਤਰ੍ਹਾਂ ਵਿਸਰਾਮ ਲਗਾਉਂਦੇ ਨੇ। ਅਰਥਾਂ ਦੇ ਵਾਸਤੇ ਇਹ ਵਿਸਰਾਮ ਅੱਗੇ ਪਿੱਛੇ ਹੋ ਸਕਦੇ ਨੇ, ਪਰ ਚਾਲ ਵਿੱਚ ਪਾਠ ਕਰਨ ਵਾਸਤੇ ਜੋ ਵਿਸਰਾਮ ਲਗਾਉਣਾ ਹੈ ਨਾ, ਸੋ ਉਹ ਕਹਿੰਦੇ ਨੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਇਉਂ ਕਹਿੰਦੇ ਨੇ ਉਹ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਪਰ ਇੱਦਾਂ ਵਿਸਰਾਮ ਪਾਠ ਕਰਦਿਆਂ ਨਹੀਂ ਲਾਉਣਾ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਪਾਠ ਕਰਦਿਆਂ ਵਿਸਰਾਮ ਇਸੇ ਤਰ੍ਹਾਂ ਹੀ ਲਗਾਉਣਾ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ। ਸੰਜੋਗ ਵਿਜੋਗ ਦੋਏ, ਇੱਥੇ ਜਮਕ ਲੱਗ ਕੇ ਕਾਰ ਚਲਾਵਹਿ, ਇੱਥੇ ਵਿਸਰਾਮ। ਹਾਂਜੀ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਸੰਥਿਆ ਦੇ ਆਰੰਭਲੇ ਦਿਨ ਵੀ ਇਹ ਬੇਨਤੀ ਕੀਤੀ ਸੀ, ਇਹ ਦੀ ਬਾਣ ਪਾਠ ਇਕੱਠਾ ਇੱਥੇ ਨਹੀਂ ਕਰਨਾ। ਦੀ ਵੱਖਰਾ ਹੈ, ਬਾਣ ਵੱਖਰਾ ਹੈ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਵਿਆਹੀ ਦਾ ਵੀ ਅਰਥ ਕਰ ਹਾਂ, ਏਕਾ ਮਾਈ ਜੁਗਤ ਵਿਆਈ, ਇਹ ਵਿਆਹੀ ਨਹੀਂ ਬੋਲਣਾ। ਵਿਆਹੀ ਦਾ ਭਾਵ ਹੋਰ ਹੈ, ਵਿਆਹੀ ਦਾ ਭਾਵ ਹੋਰ ਹੈ। ਬਜ਼ੁਰਗ ਜਾਣਦੇ ਨੇ, ਵਿਆਹੀ ਦਾ ਭਾਵ ਹੈ ਵਿਆਹ ਕੇ ਲਿਆਂਦੀ ਹੋਈ, ਤੇ ਵਿਆਹੀ ਤੋਂ ਭਾਵ ਜਦੋਂ ਕਿ ਗਰਭ ਅਸਥਾਪਨ ਹੁੰਦਾ ਹੈ ਉਸ ਅਵਸਥਾ ਨੂੰ ਵਿਆਹੁਣਾ ਕਹਿੰਦੇ ਨੇ। ਏਕਾ ਮਾਈ ਜੁਗਤ ਵਿਆਹੀ, ਜਿਹੜੀ ਇੱਕ ਮਾਇਆ ਸੀ ਉਹ ਪਰਮਾਤਮਾ ਦੀ ਜੁਗਤੀ ਨਾਲ ਵਿਆਹੀ ਸੰਸਾਰ ਨੂੰ ਰਚਣ ਵਾਲੀ ਬਣੀ, ਪ੍ਰਸੂਤਾ ਭਾਵ ਵਾਲੀ ਬਣੀ। ਸੋ ਉਹ ਮਾਇਆ ਉਸ ਨੂੰ ਸੰਸਾਰ ਰਚਣ ਦੀ ਸ਼ਕਤੀ ਪ੍ਰਾਪਤ ਹੋਈ।
ਏਕਾ ਮਾਈ ਜੁਗਤ ਵਿਆਈ, ਵਿਆਹੀ ਨਹੀਂ ਬੋਲਣਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਓਹੋ ਵੇਖੈ ਓਨਾ ਨਦਰ ਨਾ ਆਵੈ, ਬਹੁਤਾ ਏਹੋ ਵਿਡਾਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਆਸਣ ਲੋਏ ਲੋਏ ਭੰਡਾਰ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂ ਜੀਭਉ ਲੱਖ ਹੋਹਿ, ਲੱਖ ਹੋਵਹਿ ਲੱਖ ਵੀਸ। ਕਈ ਪ੍ਰੇਮੀ ਪਾਠ ਕਰਦੇ ਨੇ ਇੱਕ ਦੂ ਜੀ ਭਾਓ, ਇਉਂ ਜੀ ਭਾਓ ਕਰਕੇ ਨਹੀਂ ਬੋਲਣਾ, ਜੀਭੋ ਬੋਲਣਾ ਹੈ। ਦੂ ਨੂੰ ਇੱਕ ਦੇ ਨਾਲ ਹੀ ਲਾਉਣਾ, ਇੱਕ ਦੂ। ਇਹ ਪਾਠ ਇਕੱਠਾ ਕਰਨਾ। ਇੱਕ ਦੂ ਜੀਭੋ ਲੱਖ ਹੋਹਿ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਇਹ ਸਾਰੇ ਲੱਖ ਜਿਹੜੇ ਨੇ ਗਿਣਤੀ ਵਾਚਕ ਨੇ, ਅਦਕ ਦੇ ਸਹਿਤ ਬੋਲਣੇ ਹਨ। ਏ ਤਰਾਹਿ ਪਤ ਪਵੜੀਆ, ਚੜੀਐ ਹੋਏ 21। 21 ਈੜੀ ਦੀ ਸਿਹਾਰੀ ਬੋਲ ਕੇ 21, 21 ਨਹੀਂ ਬੋਲਣਾ, ਚੜੀਐ ਹੋਏ 21। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜਾ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜੋਰ ਨਾ ਰਾਜ ਮਾਲ ਮਨ ਸੋਰ। ਆਮ ਤੌਰ ਤੇ ਇਹਦਾ ਪਾਠ ਕਰ ਜਾਂਦੇ ਨੇ ਕਿ ਜੋਰ ਨਾ ਰਾਜ ਮਾਲ ਮਨ ਸੋਰ, ਪਰ ਇਦਾਂ ਵਿਸਰਾਮ ਨਹੀਂ। ਵਿਸਰਾਮ ਹੈ ਜੋਰ ਨਾ ਰਾਜ ਮਾਲ ਮਨ ਸੋਰ। ਹਾਂਜੀ। ਰਾਤੀ ਰੁਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ। ਨਦਰੀ ਕਰਮ ਪਵੈ ਨੀਸਾਨ। ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਓਥੈ ਪਾਏ। ਨਾਨਕ ਗਇਆ ਜਾਪੈ ਜਾਏ। ਜੋ ਉੱਪਰ ਪੰਗਤੀ ਹੈ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਵਿੱਚ ਅੱਖਰ ਤੇ ਜਮਕ ਲਗਾ ਕੇ ਰੱਖੀ ਤੇ ਵਿਸਰਾਮ ਦੇਣਾ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀਆ ਹੈ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਜੋ ਉਹ ਰਿਕਾਰਡ ਦਾ ਤਵੇ ਦਾ ਪਹਿਲਾਂ ਜ਼ਿਕਰ ਕੀਤਾ ਸੀ ਮਹੰਤ ਤਰਲੋਚਨ ਸਿੰਘ ਜੀ ਨੇ, ਉਹ ਰਾਗੀ ਨੇ ਇਹ ਪਾਠ ਕੀਤਾ। ਉਹ ਕਹਿੰਦਾ ਜੀ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਤੇ ਕਿਉਂਕਿ ਉਹ ਪਿੰਡਾਂ ਵਿੱਚ ਆਮ ਹਰ ਰੋਜ਼ ਵੱਜਦਾ ਸੀ ਤੇ ਸੁਣ ਸੁਣ ਕੇ ਲੋਕਾਂ ਨੂੰ ਇਦਾਂ ਹੀ ਪੱਕ ਗਿਆ। ਪਰ ਇਹ ਵਿਸਰਾਮ ਸਾਰੇ ਬਿਲਕੁਲ ਗਲਤ ਸਨ। ਸੋ ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਇਸ ਤਰ੍ਹਾਂ ਵਿਸਰਾਮ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ।
केते देव दानव मुन केते, केते रतन समुंद, केतिया खाणी केतिया बाणी, केते बात नरिंद, केतिया सुरति सेवक केते, नानक अंत ना अंत। ज्ञान खंड मह ज्ञान प्रचंड, तिथै नाद विनोद कोड आनंद। शर्म खंड की बाणी रूप, तिथै घाटत घड़िया बहुत अनूप। ताकिया गल्ला कथिया ना जाहि, जे को कह पिछै पछुताए। तिथै घड़िया सुरत मत मन बुद्ध, तिथै घड़िया सुरा सिद्धा की सुध। कर्म खंड की बाणी जोर, तिथै होर ना कोई होर। तिथै जोध महाबल सूर, तिन मह राम रहया भरपूर। तिथै सीतो सीता महिमा माहे, ताके रूप ना कथने जाहे। ना ओहे मरहै ना ठागे जाहे, जिन कै राम वसै मन माहे। ਜਿਨ ਕੈ ਰਾਮ ਵਸੈ ਮਨ ਮਾਹੇ, ਇਹ ਆਮ ਤੌਰ ਤੇ ਬੋਲਦੇ ਨੇ ਪਰ ਇਹ ਗਲਤ ਵਿਸਰਾਮ ਹੈ। ਜਿਨ ਕੈ ਰਾਮ ਵਸੈ ਮਨ ਮਾਹੇ, ਇਹ ਵਿਸਰਾਮ ਇਸ ਤਰ੍ਹਾਂ ਲਾਉਣਾ ਹੈ। जिन कै राम वसै मन माहे, तिथै भगत वस है के लो। ਹਾਂ, ਕੇ ਦਾ ਅਰਥ ਇੱਥੇ ਕਈ ਹੈ, ਕੇ ਦਾ ਅਰਥ ਦੇ ਨਹੀਂ। ਤਿੱਥੈ ਭਗਤ ਵਸ ਹੈ ਕੇ ਲੋ, ਕਈਆਂ ਲੋਕਾਂ ਦੇ। ਹਾਂਜੀ। तिथै भगत वस है के लो, कर है आनंद सच्चा मन सोए। सच खंड वसै निरंकार, कर कर वेखै नदर निहाल। तिथै खंड मंडल वर भंड, जे को कथै ता अंत ना अंत। तिथै लो लो आकार, जिव जिव हुक्म तिवै तिवकार। वेखै विगसै कर विचार, नानक कथना करड़ा सार। जात पाहारा धीरज सुनियार, आहरण मत वेद हथियार। ਨਾਨਕ ਪਦ ਤੇ ਜਮਕ ਦੇ ਕੇ ਕਥਨਾ ਤੇ ਵਿਸਰਾਮ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ, ਇਹ ਜਤ ਕੱਸ ਕੇ ਨਹੀਂ ਬੋਲਣਾ, ਜਤ ਪੋਲਾ ਬੋਲਣਾ ਹੈ। ਪਾਹਾਰਾ ਤਿੰਨਾਂ ਹੀ ਅੱਖਰਾਂ ਨੂੰ ਕੰਨੇ ਲੱਗੇ ਹੋਏ ਨੇ। ਧੀਰਜ ਸੁਨਿਆਰ, ਅਹਰਣ ਮਤ, ਇਹ ਅਹਰਣ ਕਰਕੇ ਨਹੀਂ ਬੋਲਣਾ ਜਾਂ ਆਹਰਣ ਕਰਕੇ ਕੰਨਾਂ ਲਾ ਕੇ ਵੀ ਨਹੀਂ। ਅਹਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਉ, ਖੱਲਾ ਖੱਖੇ ਦੇ ਉੱਪਰ ਵਜ਼ਨ ਦੇ ਕੇ ਭਉ ਖੱਲਾ ਅਗਨ ਤਪ ਤਾਉ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਜਿਨ ਕਉ ਨਦਰ ਕਰਮ ਤਿਨ ਕਾਰ। ਜਿਨ ਕਉ ਨਦਰ ਕਰਮ ਤਿਨ ਕਾਰ, ਇੱਦਾਂ ਨਹੀਂ ਬੋਲਣਾ। ਨਦਰ ਕਰਮ ਇਹ ਦੋਵੇਂ ਆਪਸ ਵਿੱਚ ਸੰਬੰਧਕ ਲਫ਼ਜ਼ ਨੇ। ਨਦਰ ਤੋਂ ਭਾਵ ਹੈ ਨਜ਼ਰ ਤੇ ਕਰਮ ਤੋਂ ਭਾਵ ਹੈ ਬਖਸ਼ਿਸ਼। ਜਿਨ ਕਉ ਨਦਰ ਕਰਮ, ਜਿਨ੍ਹਾਂ ਤੇ ਬਖਸ਼ਿਸ਼ ਭਰੀ ਨਿਗਾਹ ਹੋ ਗਈ, ਤੇ ਨਕਾਰ ਉਹਨਾਂ ਨੂੰ ਭਾਉ ਭਗਤੀ ਰੂਪੀ ਕਾਰ ਦੀ ਪ੍ਰਾਪਤੀ ਹੋਈ। ਨਾਨਕ ਨਦਰੀ ਨਦਰ ਨਿਹਾਲ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਮਹਿਤ ਨਹੀਂ ਬੋਲਣਾ, ਮਹੱਤ ਬੋਲਣਾ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਇਹ ਜਗਤ ਨਹੀਂ ਬੋਲਣਾ, ਜਗਤ ਪਾਠ ਕਰਨਾ। ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਕੇ ਨੇੜੈ ਕੇ ਦੂਰ, ਦੋਵੇਂ ਵਾਰ ਕੇ ਇੱਕ ਲਾਮ ਦੇ ਨਾਲ, ਨੇੜੈ ਰਾੜੇ ਨੂੰ ਦੁਲਾਵਾਂ ਦੇ ਨਾਲ, ਕੇ ਨੇੜੈ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਸਕਤ ਬੋਲਣਾ, ਮਸਕਤ ਪਾਠ ਨਹੀਂ ਕਰਨਾ। ਗਏ ਮਸਕਤ ਕਾਲ, ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਆਪਾਂ ਅਜੇ ਸਮਾਪਤੀ ਦੀ ਨਹੀਂ ਬੁਲਾਈ, ਇਹ ਨਿਯਮ ਹੈ ਸਾਧ ਸੰਗਤ ਜੀ। ਜਦੋਂ ਇੱਕ ਬਾਣੀ ਸੰਪੂਰਨ ਹੋਵੇ ਤੇ ਅਗਲੀ ਬਾਣੀ ਦਾ ਪਾਠ ਆਰੰਭ ਕਰਨਾ ਹੋਵੇ ਤਾਂ ਬਾਣੀ ਦੀ ਸੰਪੂਰਨਤਾ ਤੇ ਸੀਸ ਝੁਕਾ ਕੇ ਫਤਿਹ ਬੁਲਾਉਣੀ, ਫਿਰ ਅਗਲਾ ਪਾਠ ਆਰੰਭ ਕਰਨਾ। ਜੋ ਸਾਡਾ 5 ਬਾਣੀਆਂ ਦਾ ਨਿਤਨੇਮ ਹੈ, ਜਪਜੀ ਸਾਹਿਬ ਪੜ੍ਹਿਆ ਗਿਆ, ਫਤਿਹ ਬੁਲਾ ਕੇ ਅੱਗੇ ਜਾਪ ਸਾਹਿਬ ਆਰੰਭ ਕਰਨਾ ਹੈ। ਜਾਪ ਸਾਹਿਬ ਦਾ ਸੰਪੂਰਨ ਪਾਠ ਹੋ ਗਿਆ, ਫਤਿਹ ਬੁਲਾ ਕੇ ਅੱਗੋਂ ਫਿਰ ਅਗਲੀ ਬਾਣੀ ਸਵਈਏ ਆਰੰਭ ਕਰਨੀ ਹੈ। ਇਹ ਅਸੂਲ ਚੇਤੇ ਰੱਖਣਾ। ਗੁਰਦੁਆਰੇ ਸਾਹਿਬਾਨਾਂ ਵਿੱਚ ਕਈ ਪਾਠੀ ਸਿੱਧਾ ਹੀ ਪਾਠ ਕਰੀ ਜਾਂਦੇ ਨੇ, ਕੀਤੀ ਛੁੱਟੀ ਨਾਲ ਪੜ੍ਹ ਕੇ ਤੇ ਨਾਲ ਹੀ ਅੱਗੋਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸਾਹਿਬ ਆਰੰਭ ਕਰ ਦੇਣਾ। ਇੱਦਾਂ ਨਹੀਂ, ਇੱਕ ਬਾਣੀ ਪੜ੍ਹੇ ਜਾਣ ਤੋਂ ਫਤਿਹ ਬੁਲਾਉਣੀ, ਫਿਰ ਅਗਲੀ ਬਾਣੀ ਦਾ ਪਾਠ ਆਰੰਭ ਕਰਨਾ। ਹਾਂ, ਕਈਆਂ ਗੁਰਮੁਖਾਂ ਪਿਆਰਿਆਂ ਦਾ ਇਹ ਅਭਿਆਸ ਹੁੰਦਾ ਹੈ ਕਿ ਇੱਕ ਦਿਨ ਵਿੱਚ ਜਪਜੀ ਸਾਹਿਬ ਜੀ ਦੇ ਕਈ ਪਾਠ ਕਰਨੇ। ਕੋਈ 5 ਪਾਠ ਕਰਦੇ ਨੇ, ਕੋਈ 11 ਕਰਦੇ ਨੇ, ਕੋਈ 15, ਕੋਈ 25, ਕੋਈ 31, ਕੋਈ ਵੱਧ ਕਰਨ ਵਾਲੇ ਵੀ ਨੇ। ਉਹ ਜੋ ਇੱਕੋ ਬਾਣੀ ਨੂੰ ਆਪਾਂ ਵਾਰ-ਵਾਰ ਪੜ੍ਹ ਰਹੇ ਹਾਂ ਤਾਂ ਵਾਰ-ਵਾਰ ਫਤਿਹ ਬੁਲਾਉਣ ਦੀ ਲੋੜ ਨਹੀਂ। ਉਹ ਜਦੋਂ ਆਪਾਂ ਸੰਪੂਰਨਤਾ ਕਰਨੀ ਉਦੋਂ ਫਤਿਹ ਬੁਲਾ ਲਈਏ, ਜਾਂ ਵਿੱਚ ਕਿਤੇ ਸਾਨੂੰ ਰੁਕਣਾ ਪੈ ਰਿਹਾ ਬਾਣੀ ਪੂਰੀ ਕਰਕੇ ਫਤਿਹ ਬੁਲਾਈਏ, ਅੱਧ ਵਿੱਚ ਨਹੀਂ। ਜਦੋਂ ਬਾਣੀ ਆਪਾਂ ਸਮਝ ਲਓ ਕਿ 5 ਪਾਠ ਰੋਜ਼ਾਨਾ ਕਰਨੇ ਨੇ, ਉਹ 5 ਪਾਠ ਕਰਕੇ ਫਤਿਹ ਬੁਲਾਈ ਜਾਵੇ। ਤੇ ਜੇ 5 ਦੇ ਵਿੱਚੋਂ ਸਮਝ ਲਓ 3 ਹੋ ਗਏ ਤੇ 2 ਅਜੇ ਰਹਿੰਦੇ ਨੇ, ਤੇ ਸਾਨੂੰ ਕੋਈ ਜ਼ਰੂਰੀ ਕਾਰਜ ਕਰਨਾ ਪੈ ਗਿਆ ਜਾਂ ਜ਼ਰੂਰੀ ਗੱਲਬਾਤ ਕਰਨੀ ਪੈ ਗਈ, ਤਾਂ ਬਾਣੀ ਪੜ੍ਹਦਿਆਂ ਵਿੱਚੇ ਫਤਿਹ ਨਹੀਂ ਬੁਲਾਉਣੀ, ਸੰਪੂਰਨ ਪਾਠ ਕਰਕੇ ਫਿਰ ਫਤਿਹ ਬੁਲਾਉਣੀ, ਤੇ ਫਿਰ ਉਹ ਆਪਣੀ ਗੱਲਬਾਤ ਕਰਕੇ ਤੇ ਅਗਲਾ ਪਾਠ ਆਰੰਭ ਕੀਤਾ ਜਾ ਸਕਦਾ ਹੈ। ਪਰ ਜਦੋਂ ਵੱਖ-ਵੱਖ ਬਾਣੀਆਂ ਦਾ ਨਿਤਨੇਮ ਕਰਨਾ ਹੈ, ਜੋ ਰੋਜ਼ਾਨਾ 5 ਬਾਣੀਆਂ ਦਾ ਕਰਦੇ ਹਾਂ ਜਾਂ ਹੋਰ ਵੀ ਵੱਖਰੀਆਂ ਬਾਣੀਆਂ ਪੜ੍ਹਦੇ ਹਾਂ, ਤਾਂ ਪਹਿਲੀ ਬਾਣੀ ਦੀ ਸੰਪੂਰਨਤਾ ਤੋਂ ਫਤਿਹ ਬੁਲਾ ਕੇ ਫਿਰ ਅਗਲੀ ਬਾਣੀ ਦਾ ਪਾਠ ਆਰੰਭ ਕਰਨਾ।